ਹੈਲੋ ਗੁੱਡ ਈਵਨਿੰਗ ਸਟੂਡੈਂਟਸ। ਅੱਜ ਆਪਾਂ ਲੈਵਲ 1 ਦਾ ਸੈਕੰਡ ਯੂਨਿਟ ਦਾ ਸੈਕੰਡ ਚੈਪਟਰ ਕਰਨ ਲੱਗੇ ਹਾਂ। ਚੈਪਟਰ ਦਾ ਨਾਮ ਹੈਗਾ ਗਾ ਕੰਪਿਊਟਰ ਸਿਸਟਮ ਦੇ ਭਾਗ। ਤਾਂ ਰਾਜੇ ਫਸਟ ਚੈਪਟਰ ਦੇ ਵਿੱਚ ਅਸੀਂ ਕੰਪਿਊਟਰ ਦੀ ਇੰਟਰੋਡਕਸ਼ਨ ਪੜ੍ਹੀ ਸੀ ਵੀ ਕੰਪਿਊਟਰ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ ਅਤੇ ਇਹ ਕਿਸ ਕੰਮਾਂ ਲਈ ਵਰਤਿਆ ਜਾਂਦਾ ਹੈ। ਅੱਜ ਇਸ ਚੈਪਟਰ ਦੇ ਵਿੱਚ ਅਸੀਂ ਇਸ ਦੇ ਪਾਰਟਸ ਬਾਰੇ ਪੜ੍ਹਾਂਗੇ ਵੀ ਕੰਪਿਊਟਰ ਦੇ ਕੀ ਭਾਗ ਨੇ ਜਿਹੜੇ ਅਸੀਂ ਵਰਤੋਂ ਦੇ ਵਿੱਚ ਲੈ ਕੇ ਆਉਂਦੇ ਹਾਂ। ਤਾਂ ਸਭ ਤੋਂ ਪਹਿਲਾਂ ਪਾਰਟਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਕੋਲ ਇੰਟਰੋਡਕਸ਼ਨ ਹੀ ਦਿੱਤੀ ਹੋਈ ਹੈ ਕਿ ਕੰਪਿਊਟਰ ਸਾਡਾ ਕੀ ਹੈ, ਇੱਕ ਬਿਜਲੀ ਦੇ ਨਾਲ ਚੱਲਣ ਵਾਲਾ ਯੰਤਰ ਹੈ। ਠੀਕ ਹੈ, ਜਿਸ ਦਾ ਮੇਨ ਕੰਮ ਕੀ ਆ, ਸੂਚਨਾ ਨੂੰ ਸਟੋਰ ਕਰਨਾ ਅਤੇ ਪ੍ਰੋਸੈਸ ਕਰਨਾ। ਠੀਕ ਹੈ, ਅੱਗੇ ਆਪਾਂ ਨੂੰ ਦੱਸਿਆ ਹੋਇਆ ਗਾ ਕਿ ਜਿਹੜਾ ਕੰਪਿਊਟਰ ਹੈ ਇਹ ਆਪਾਂ ਹਰ ਕਿਤੇ ਵਰਤ ਸਕਦੇ ਹਾਂ, ਜਿਵੇਂ ਪਰਿਵਾਰ ਜਾਂ ਦੋਸਤਾਂ ਨੂੰ ਅਗਰ ਅਸੀਂ ਕੋਈ ਸੰਦੇਸ਼ ਭੇਜਣਾ ਹੈ ਤਾਂ ਉਹਨਾਂ ਲਈ ਵੀ ਅਸੀਂ ਵਰਤ ਸਕਦੇ ਹਾਂ, ਜਾਂ ਅਸੀਂ ਕੋਈ ਪ੍ਰੈਜੈਂਟੇਸ਼ਨ ਬਣਾਉਣੀ ਹੈ ਜਾਂ ਕੋਈ ਰਿਕਾਰਡ ਦੀ ਸਾਂਭ ਸੰਭਾਲ ਆਦਿ ਕਰਨੀ ਹੈ, ਉਸ ਦੇ ਲਈ ਵੀ ਅਸੀਂ ਕੰਪਿਊਟਰ ਨੂੰ ਵਰਤ ਸਕਦੇ ਹਾਂ। ਅਪਾਰਟ ਫਰੋਮ ਦਿਸ ਅਸੀਂ ਇਸ ਨੂੰ ਸਿੱਖਿਆ, ਰਿਸਰਚ, ਖਬਰਾਂ, ਪ੍ਰਸਾਰਣ, ਮੌਸਮ ਦੀ ਭਵਿੱਖਬਾਣੀ ਅਤੇ ਹੋਰ ਵਪਾਰਕ ਕੰਮਾਂ ਅਤੇ ਮਨੋਰੰਜਨ ਕਿਰਿਆਵਾਂ ਲਈ ਵੀ ਵਰਤ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਆਉਂਦੇ ਨੇ ਕੰਪਿਊਟਰ ਦੇ ਭਾਗ। ਠੀਕ ਹੈ, ਤਾਂ ਜਿਹੜਾ ਪਹਿਲਾ ਭਾਗ ਹੈ ਉਹ ਕੀ ਆ, ਇਨਪੁਟ ਯੰਤਰ। ਅਸੀਂ ਇਸ ਦੇ ਵਿੱਚ ਜਾਣਾਂਗੇ ਕਿ ਸਾਡਾ ਜੋ ਕੰਪਿਊਟਰ ਸਿਸਟਮ ਹੈ ਉਸ ਦੇ ਨਾਲ ਕਿੰਨੇ ਇਨਪੁਟ ਯੰਤਰ ਅਟੈਚ ਨੇ। ਇਨਪੁਟ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਵੀ ਇਨਪੁਟ ਹੁੰਦਾ ਕੀ ਹੈ। ਤਾਂ ਜਦੋਂ ਅਸੀਂ ਕੰਪਿਊਟਰ ਨੂੰ ਕੋਈ ਹਦਾਇਤ ਦੇਣੀ ਹੁੰਦੀ ਹੈ ਉਸ ਟਾਈਮ ਅਸੀਂ ਇਨਪੁਟ ਯੰਤਰਾਂ ਦੀ ਵਰਤੋਂ ਕਰਦੇ ਹਾਂ। ਜਿਵੇਂ ਫਸਟ ਆ ਜਾਂਦਾ ਗਾ ਮਾਊਸ। ਠੀਕ ਹੈ, ਮਾਊਸ ਕੀ ਹੈ, ਇੱਕ ਇਨਪੁਟ ਯੰਤਰ ਹੈ। ਓਕੇ, ਜੋ ਸਾਡੀ ਫਸਟ ਡਿਵਾਈਸ ਹੈ ਉਹ ਹੈ ਮਾਊਸ। ਮਾਊਸ ਸਾਡੇ ਕੋਲ ਇੱਕ ਇਨਪੁਟ ਯੰਤਰ ਹੈ, ਇਸ ਨੂੰ ਅਸੀਂ ਪੁਆਇੰਟਿੰਗ ਡਿਵਾਈਸ ਵੀ ਕਹਿੰਦੇ ਹਾਂ। ਮਾਊਸ ਦੇ ਵਿੱਚ ਹੁਣ ਅਸੀਂ ਇਹਦੀ ਡੈਫੀਨੇਸ਼ਨ ਦੱਸਾਂਗੇ, ਇਹਦੀ ਲੁੱਕ ਦੱਸਾਂਗੇ ਵੀ ਕਿੱਦਾਂ ਦਾ ਸਾਡਾ ਮਾਊਸ ਹੁੰਦਾ ਹੈ। ਜੋ ਕਹਿੰਦੇ ਇੱਕ ਸਟੈਂਡਰਡ ਮਾਊਸ ਹੁੰਦਾ ਹੈ, ਉਸ ਦੇ ਦੋ ਬਟਨ ਹੁੰਦੇ ਨੇ, ਇੱਕ ਸੱਜਾ ਹੁੰਦਾ ਹੈ ਅਤੇ ਇੱਕ ਖੱਬਾ ਹੁੰਦਾ ਹੈ। ਠੀਕ ਹੈ, ਅਸੀਂ ਮੋਸਟਲੀ ਜੋ ਖੱਬੇ ਬਟਨ ਦੀ ਵਰਤੋਂ ਕਰਦੇ ਹਾਂ ਉਹ ਕਿਸੇ ਆਪਸ਼ਨ ਨੂੰ ਚੁਣਨ ਲਈ ਕਰਦੇ ਹਾਂ, ਜਿਸ ਸਕਰੀਨ ਦੇ ਉੱਤੇ ਜੋ ਵੀ ਐਕਟਿਵ ਏਰੀਆ ਹੁੰਦਾ ਹੈ ਉਸ 'ਤੇ ਕਲਿੱਕ ਕਰਕੇ ਹਦਾਇਤਾਂ ਲੈਂਦੇ ਹਾਂ। ਜੋ ਸੱਜਾ ਬਟਨ ਹੁੰਦਾ ਹੈ ਉਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਆਮ ਤੌਰ 'ਤੇ ਜੋ ਮੈਨੂ ਦੇ ਵਿੱਚ ਆਈਟਮਸ ਵਰਤੀਆਂ ਜਾਂਦੀਆਂ ਹਨ ਉਸ ਨੂੰ ਸਕਰੀਨ ਦੇ ਉੱਪਰ ਦਿਖਾਉਣ ਲਈ ਵਰਤਦੇ ਹਾਂ। ਠੀਕ ਹੈ, ਜਿਵੇਂ ਰਾਈਟ ਕਲਿੱਕ ਕਰਕੇ ਅਗਰ ਅਸੀਂ ਫਾਈਲ ਦੇ ਉੱਤੇ ਰਾਈਟ ਕਲਿੱਕ ਕਰਦੇ ਹਾਂ ਤਾਂ ਓਪਨ ਹੁੰਦੀ ਹੈ। ਠੀਕ ਹੈ, ਐਂਡ ਅਗਰ ਅਸੀਂ ਲੈਫਟ ਕਲਿੱਕ ਦੇ ਨਾਲ ਡਬਲ ਕਲਿੱਕ ਕਰੀਏ ਤਾਂ ਕੋਈ ਚੀਜ਼ ਸਿਲੈਕਟ ਹੁੰਦੀ ਹੈ। ਠੀਕ ਹੈ, ਨੈਕਸਟ ਹੈ ਕੀਬੋਰਡ। ਕੀਬੋਰਡ ਕੀ ਹੁੰਦਾ ਹੈ ਰਾਜੇ, ਕੀਬੋਰਡ ਦੀ ਜੋ ਸ਼ੇਪ ਹੈ, ਲੁੱਕ ਹੈ, ਉਹ ਇੱਕ ਟਾਈਪਰਾਈਟਰ ਦੀ ਤਰ੍ਹਾਂ ਹੈ। ਟਾਈਪਰਾਈਟਰ ਜੋ ਆਪਾਂ ਪਹਿਲਾਂ ਯੂਜ਼ ਕਰਦੇ ਸੀ ਜਦੋਂ ਕੰਪਿਊਟਰ ਨਹੀਂ ਹੁੰਦਾ ਸੀ। ਤਾਂ ਜਦੋਂ ਆਪਣੇ ਕੀਬੋਰਡ ਦੇਖਣਾ ਬਹੁਤ ਆਸਾਨ ਹੈ, ਜਿਹਦੇ ਉੱਤੇ ਨੰਬਰਸ ਆਫ ਕੀਜ਼ ਹੋਣ ਉਸਨੂੰ ਅਸੀਂ ਕੀਬੋਰਡ ਕਹਿੰਦੇ ਹਾਂ। ਅੱਖਰਾਂ ਤੋਂ ਭਾਵ ਹੈ ਅਲਫਾਬੈਟਸ, ਜਿਹੜੇ ਕਿ A to Z ਨੇ, ਅਤੇ ਨੰਬਰਸ ਹੋ ਗਏ ਨੂਮੈਰਿਕ, ਜਿਵੇਂ 0 to 9। ਉਹ ਤੋਂ ਇਲਾਵਾ ਕੁਛ ਸਪੈਸ਼ਲ ਸਿੰਬਲਸ ਹੁੰਦੇ। ਉਸ ਤੋਂ ਬਾਅਦ ਆਉਂਦਾ ਹੈ ਮਾਈਕਰੋਫੋਨ। ਤਾਂ ਮਾਈਕਰੋਫੋਨ ਵੀ ਕੀ ਹੈ, ਇੱਕ ਇਨਪੁਟ ਡਿਵਾਈਸ ਹੈ ਜੋ ਕਿ ਦੁਨੀਆ ਦੇ ਵਿੱਚ ਅਲੱਗ-ਅਲੱਗ ਭਾਗਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਨ ਲਈ ਵਰਤਿਆ ਜਾਂਦਾ ਹੈ। ਠੀਕ ਹੈ, ਮਾਈਕਰੋਫੋਨ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ। ਇਸ ਦੇ ਹੋਰ ਦੂਸਰਾ ਕੰਮ ਕੀ ਹੈ, ਇਸ ਦੇ ਨਾਲ ਅਸੀਂ ਆਪਣੀ ਆਵਾਜ਼ ਵੀ ਰਿਕਾਰਡ ਕਰ ਸਕਦੇ ਹਾਂ। ਅਸੀਂ ਜਦੋਂ ਕੋਈ ਸਪੀਚ ਰਿਕਾਰਡ ਕਰਨੀ ਹੁੰਦੀ ਹੈ ਉਸ ਟਾਈਮ ਅਸੀਂ ਮਾਈਕਰੋਫੋਨ ਦੀ ਵਰਤੋਂ ਕਰਦੇ ਹਾਂ। ਨੈਕਸਟ ਹੈ ਸਕੈਨਰ। ਸਕੈਨਰ ਆਪਣਾ ਜੋ ਪ੍ਰਿੰਟਰ ਦੇ ਨਾਲ ਹੀ ਅਟੈਚ ਹੁੰਦਾ ਹੈ, ਜਾਂ ਕਈ ਵਾਰ ਇਹ ਪ੍ਰਿੰਟਰ ਤੋਂ ਅਲੱਗ ਵੀ ਹੁੰਦਾ ਹੈ। ਤਾਂ ਮੋਸਟਲੀ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ, ਸਕੈਨਰ ਅਤੇ ਪ੍ਰਿੰਟਰ ਜਾਂ ਦੋਨੋਂ ਇਕੱਠੇ ਹੁੰਦੇ, ਉਹ ਦੋਨਾਂ ਨੂੰ ਹੀ ਆਊਟਪੁੱਟ ਡਿਵਾਈਸ ਸਮਝਦੇ ਨੇ। ਬਟ ਸਕੈਨਰ ਸਾਡੀ ਕੀ ਹੈ, ਇਨਪੁੱਟ ਡਿਵਾਈਸ ਹੈ। ਇਹ ਡਿਵਾਈਸ ਆਪਣੀ ਇੱਕ ਫੋਟੋ ਕਾਪੀ ਦੀ ਮਸ਼ੀਨ ਵਰਗੀ ਹੁੰਦੀ ਹੈ, ਜਿਸ ਦੇ ਵਿੱਚ ਲਾਈਟ ਆਉਂਦੀ ਹੈ। ਜਦੋਂ ਤੁਸੀਂ ਕੋਈ ਪੇਪਰ ਸਕੈਨ ਕਰਦੇ ਹੋ ਤਾਂ ਉਸਦੇ ਸਰਫੇਸ 'ਤੇ ਇੱਕ ਲਾਈਟ ਆਉਂਦੀ ਹੈ। ਇਸ ਦੇ ਨਾਲ ਅਸੀਂ ਰਾਜੇ ਹੋਰ ਕੀ ਕਰ ਸਕਦੇ ਹਾਂ, ਅਸੀਂ ਸਕੈਨਰ ਦੀ ਹੈਲਪ ਨਾਲ ਆਪਣੀਆਂ ਜੋ ਵੀ ਪਿਕਚਰਸ ਨੇ ਜਾਂ ਡਾਕੂਮੈਂਟਸ ਨੇ ਉਹਨਾਂ ਨੂੰ ਕੰਪਿਊਟਰ ਦੇ ਵਿੱਚ ਪਾ ਸਕਦੇ ਹਾਂ। ਤਾਂ ਉਹ ਪਾਵਾਂਗੇ ਕਿਵੇਂ, ਜਦੋਂ ਅਸੀਂ ਹਾਰਡ ਕਾਪੀ ਨੂੰ ਸਕੈਨ ਕਰਾਂਗੇ
ਤਾਂ ਉਹ ਸੌਫਟ ਕਾਪੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਤੇ ਇਹ ਕੰਮ ਕੌਣ ਕਰਦਾ ਹੈ? ਸਕੈਨਰ। ਹਾਰਡ ਕਾਪੀ ਤੁਸੀਂ ਸਮਝਦੇ ਹੋਵੋਗੇ, ਜਿਹੜੀ ਚੀਜ਼ ਅਸੀਂ ਫੜ ਸਕਦੇ ਹਾਂ, ਜੋ ਆਪਣੇ ਹੱਥ ਦੇ ਵਿੱਚ ਹੈ, ਦੈਟ ਇਜ਼ ਕਾਲਡ ਹਾਰਡ ਕਾਪੀ। ਤੇ ਹਾਰਡ ਕਾਪੀ ਨੂੰ ਜਦੋਂ ਅਸੀਂ ਸਕੈਨ ਕਰਦੇ ਹਾਂ ਸਕੈਨਰ ਦੇ ਵਿੱਚ, ਫਿਰ ਉਹ ਇੱਕ ਸੌਫਟ ਕਾਪੀ 'ਚ ਕਨਵਰਟ ਹੋ ਕੇ ਸਾਡੇ ਕੰਪਿਊਟਰ 'ਚ ਸਟੋਰ ਹੋ ਜਾਂਦੀ ਹੈ। ਓਕੇ ਰਾਜੀ, ਨੈਕਸਟ ਸਾਡਾ ਹੈ ਵੈਬਕੈਮ। ਵੈਬਕੈਮ ਕੀ ਹੁੰਦਾ ਹੈ? ਇੱਕ ਇਹ ਵੀਡੀਓ ਕੈਮਰੇ ਦੀ ਤਰ੍ਹਾਂ ਹੀ ਹੁੰਦਾ ਹੈ, ਜਿਸ ਦੇ ਵਿੱਚ ਅਸੀਂ ਆਪਣੀ ਫੋਟੋਜ਼ ਨੂੰ ਜਾਂ ਅਸੀਂ ਅਗਰ ਕਿਸੇ ਨਾਲ ਲਾਈਵ ਚੈਟ ਕਰਨੀ ਹੈ ਉਸ ਟਾਈਮ ਅਸੀਂ ਇਸ ਨੂੰ ਵਰਤਦੇ ਹਾਂ। ਇਹ ਅਸੀਂ ਉਦੋਂ ਵਰਤਦੇ ਹਾਂ ਜਦੋਂ ਅਸੀਂ ਕੋਈ ਵੀਡੀਓ ਕਾਨਫਰੰਸ ਕਰਨੀ ਹੋਵੇ ਜਾਂ ਸਾਡਾ ਕੋਈ ਪਰਿਵਾਰ ਦਾ ਮੈਂਬਰ ਕਿਸੇ ਹੋਰ ਦੇਸ਼ ਦੇ ਵਿੱਚ ਰਹਿੰਦਾ ਹੈ, ਉਸ ਟਾਈਮ ਅਸੀਂ ਵੈਬਕੈਮ ਦੀ ਵਰਤੋਂ ਰਾਹੀਂ ਉਹਨਾਂ ਨੂੰ ਦੇਖ ਸਕਦੇ ਹਾਂ ਅਤੇ ਗੱਲਬਾਤ ਕਰ ਸਕਦੇ ਹਾਂ। ਨੈਕਸਟ ਸਾਡਾ ਜੋ ਡਿਵਾਈਸ ਹੈ ਉਹ ਹੈ ਸਟਾਈਲਸ। ਜੋ ਸਟਾਈਲਸ ਹੈ ਰਾਜੇ, ਇਹ ਵੀ ਇੱਕ ਪੁਆਇੰਟਿੰਗ ਡਿਵਾਈਸ ਹੈ, ਠੀਕ ਹੈ। ਆਪਾਂ ਕਈ ਵਾਰ ਇਨਪੁਟ ਦੀ ਜਗ੍ਹਾ ਐਂ ਪੁੱਛ ਸਕਦੇ ਹਾਂ ਤੁਹਾਨੂੰ ਵੀ ਪੁਆਇੰਟਿੰਗ ਡਿਵਾਈਸ ਕਿਹੜੀਆਂ ਹੁੰਦੀਆਂ, ਅਤੇ ਇਹ ਦੂਸਰੀ ਪੁਆਇੰਟਿੰਗ ਡਿਵਾਈਸ ਹੈ। ਪਹਿਲੀ ਸਾਡੀ ਮਾਊਸ ਸੀ, ਸੈਕਿੰਡ ਇਹਦੀ ਜੋ ਲੁੱਕ ਹੁੰਦੀ ਹੈ ਇਹ ਪੈਨ ਦੀ ਤਰ੍ਹਾਂ ਹੁੰਦਾ ਹੈ, ਠੀਕ ਹੈ, ਜਿਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜੋ ਵੀ ਸੈਂਸਿਟਿਵ ਏਰੀਆ ਹੁੰਦਾ ਹੈ ਉਸ ਨੂੰ ਅਸੀਂ ਟੱਚ ਜਾਂ ਚੁਣਨ ਲਈ ਵਰਤਦੇ ਹਾਂ। ਇਹ ਮੋਸਟਲੀ ਆਪਾਂ PDA ਦੇ ਵਿੱਚ ਯੂਜ਼ ਕਰਦੇ ਹਾਂ, ਜਿਸ ਨੂੰ ਅਸੀਂ ਪਰਸਨਲ ਡਿਜੀਟਲ ਅਸਿਸਟੈਂਟ ਕਹਿੰਦੇ ਹਾਂ। ਇਹ ਦੇਖਣ ਦੇ ਵਿੱਚ ਇੱਕ ਪਾਮ ਟੌਪ ਦੀ ਤਰ੍ਹਾਂ ਹੁੰਦਾ ਹੈ, ਜਿਵੇਂ ਇੱਕ ਟੈਬਲੇਟ ਹੋ ਗਈ ਉਸ ਤਰ੍ਹਾਂ ਦਾ ਹੁੰਦਾ ਹੈ। ਉਸ ਦੇ ਵਿੱਚ ਅਸੀਂ ਅਗਰ ਕੋਈ ਚੀਜ਼ ਨੂੰ ਟੱਚ ਕਰਨਾ ਹੈ ਜਾਂ ਲਾਈਕ ਉਸ ਨੂੰ ਲਿਖਣਾ ਹੈ ਜਾਂ ਸਿਲੈਕਟ ਕਰਨਾ ਹੈ ਤਾਂ ਅਸੀਂ ਸਟਾਈਲਸ ਦੀ ਵਰਤੋਂ ਕਰਦੇ ਹਾਂ। ਨੈਕਸਟ ਜੋ ਡਿਵਾਈਸ ਹੈ ਰਾਜੇ ਉਹ ਹੈ ਟਰੈਕ ਬੋਲ। ਇਹ ਵੀ ਸਾਡੇ ਕੋਲ ਇੱਕ ਪੁਆਇੰਟਿੰਗ ਯੰਤਰ ਹੈ ਜੋ ਕਿ ਮਾਊਸ ਦੀ ਤਰ੍ਹਾਂ ਹੀ ਹੁੰਦੀ ਹੈ। ਜਦ ਸਾਡੇ ਕੋਲ ਸਟੈਂਡਰਡ ਮਾਊਸ ਨਹੀਂ ਹੁੰਦਾ ਸੀ, ਅਸੀਂ ਦੂਸਰੇ ਮਾਊਸ ਯੂਜ਼ ਕਰਦੇ ਸੀ ਜਿਨ੍ਹਾਂ ਦੇ ਨੀਚੇ ਟਰੈਕ ਬੋਲ ਲੱਗੀ ਹੁੰਦੀ ਸੀ। ਜਦੋਂ ਅਸੀਂ ਮਾਊਸ ਨੂੰ ਹਿਲਾਉਂਦੇ ਸੀ ਤਾਂ ਕਰਸਰ ਆਪਣੇ ਆਪ ਹਿਲਦਾ ਸੀ, ਠੀਕ ਹੈ। ਇਸ ਕਰਕੇ ਇਸ ਨੂੰ ਅਸੀਂ ਪੁਆਇੰਟਿੰਗ ਡਿਵਾਈਸ ਕਹਿੰਦੇ ਸੀ। ਇਹਦਾ ਮੇਨ ਕੰਮ ਕੀ ਸੀ? ਸਕਰੀਨ 'ਤੇ ਘੁਮਾਉਣ ਲਈ ਇਹਨੂੰ ਵਰਤਿਆ ਜਾਂਦਾ ਸੀ, ਠੀਕ ਹੈ। ਜਿਵੇਂ ਕਰਸਰ ਨੂੰ ਮੈਂ ਹੁਣ ਇਸ ਟਾਈਮ ਘੁਮਾ ਰਹੀ ਹਾਂ, ਉਸ ਟਾਈਮ ਅਸੀਂ ਇਹ ਜਿਹੜਾ ਕਰਸਰ ਘੁਮਾਉਂਦੇ ਸੀ ਟਰੈਕ ਬੋਲ ਦੀ ਹੈਲਪ ਨਾਲ ਘੁਮਾਉਂਦੇ ਸੀ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਆਊਟਪੁੱਟ ਡਿਵਾਈਸਿਸ, ਠੀਕ ਹੈ। ਜਿਵੇਂ ਹੁਣ ਜੇ ਆਪਾਂ ਇਨਪੁੱਟ ਪੜ੍ਹਿਆ ਹੈਗਾ ਉਵੇਂ ਹੀ ਆਊਟਪੁੱਟ ਹੁੰਦੀ ਹੈ। ਜਦੋਂ ਸਾਹਮਣੇ ਕੋਈ ਇਨਪੁੱਟ ਤੋਂ ਕੋਈ ਰਿਜ਼ਲਟ ਲੈਣਾ ਹੁੰਦਾ ਹੈ ਉਸ ਟਾਈਮ ਅਸੀਂ ਆਊਟਪੁੱਟ ਯੰਤਰ ਯੂਜ਼ ਕਰਦੇ ਹਾਂ। ਜਦੋਂ ਸਾਨੂੰ ਕੋਈ ਰਿਜ਼ਲਟ ਚਾਹੀਦਾ ਹੈ, ਲਾਈਕ ਅਗਰ ਅਸੀਂ ਕੋਈ ਸਕੈਨ ਕਾਪੀ ਦੀ ਹਾਰਡ ਕਾਪੀ ਨਿਕਾਲ ਰਹੇ ਹਾਂ ਤਾਂ ਉਹਦਾ ਰਿਜ਼ਲਟ ਪ੍ਰਿੰਟਰ 'ਤੇ ਆਵੇ। ਕਿ ਰਾਜੇ ਜੋ ਸਾਡੀ ਨੈਕਸਟ ਡਿਵਾਈਸ ਹੈ ਉਹ ਹੈ ਮੋਨੀਟਰ। ਮੋਨੀਟਰ ਨੂੰ ਅਸੀਂ ਟੈਲੀਵਿਜ਼ਨ ਦੇ ਨਾਲ ਕੰਸੀਡਰ ਕਰਦੇ ਹਾਂ ਕਿਉਂਕਿ ਇਸ ਦੀ ਜੋ ਲੁੱਕ ਹੁੰਦੀ ਹੈ ਉਹ ਟੈਲੀਵਿਜ਼ਨ ਵਰਗੀ ਹੁੰਦੀ ਹੈ। ਅਤੇ ਜੋ ਸਾਡਾ ਮੋਨੀਟਰ ਹੁੰਦਾ ਇਸ ਦਾ ਮੇਨ ਕੰਮ ਕੀ ਹੁੰਦਾ ਹੈ? ਜੋ ਵੀ ਸਾਡੀ ਇਨਫੋਰਮੇਸ਼ਨ ਹੈ ਉਸ ਨੂੰ ਟੈਕਸਟ ਜਾਂ ਗ੍ਰਾਫਿਕਸ ਦੀ ਮਦਦ ਨਾਲ ਵਿਜ਼ੂਅਲ ਫਾਰਮ ਦੇ ਵਿੱਚ ਦਿਖਾਉਂਦਾ ਹੈ। ਓਕੇ ਸਟੂਡੈਂਟਸ, ਜੋ ਨੈਕਸਟ ਡਿਵਾਈਸ ਹੈ ਉਹ ਹੈ ਪ੍ਰਿੰਟਰ, ਜਿਹਦਾ ਮੇਨ ਕੰਮ ਕੀ ਹੁੰਦਾ ਹੈ? ਟੈਕਸਟ ਅਤੇ ਤਸਵੀਰਾਂ ਨੂੰ ਕੰਪਿਊਟਰ ਤੋਂ ਪੇਪਰ ਦੇ ਉੱਤੇ ਲੈ ਕੇ ਆਉਣਾ, ਠੀਕ ਹੈ, ਜਾਂ ਟਰਾਂਸਪੈਰੈਂਸੀ ਫਿਲਮ ਉੱਤੇ ਪ੍ਰਿੰਟ ਕਰਨਾ। ਜਦੋਂ ਅਸੀਂ ਕੋਈ ਸੌਫਟ ਕਾਪੀ ਆਪਣੇ ਕੰਪਿਊਟਰ ਦੇ ਵਿੱਚ ਦੇਖਦੇ ਹਾਂ, ਜਿਵੇਂ ਕੋਈ ਫੋਟੋ ਹੋ ਗਈ ਜਾਂ ਕੋਈ ਡਾਕੂਮੈਂਟ ਫਾਈਲ ਹੋ ਗਈ, ਅਸੀਂ ਚਾਹੁੰਦੇ ਹਾਂ ਕਿ ਉਸ ਦੀ ਹਾਰਡ ਕਾਪੀ ਸਾਡੇ ਕੋਲ ਹੋਵੇ ਤਾਂ ਕਿ ਅਸੀਂ ਉਸ ਨੂੰ ਫਾਈਲ ਦੇ ਵਿੱਚ ਅਟੈਚ ਕਰ ਸਕੀਏ। ਤਾਂ ਉਸ ਟਾਈਮ ਅਸੀਂ ਪ੍ਰਿੰਟਰ ਦੀ ਵਰਤੋਂ ਦੇ ਨਾਲ ਜਿੰਨੀਆਂ ਵੀ ਸੌਫਟ ਕਾਪੀਆਂ ਹੁੰਦੀਆਂ ਨੇ ਉਸ ਦੇ ਪ੍ਰਿੰਟ ਆਊਟ ਲੈ ਸਕਦੇ ਹਾਂ। ਨੈਕਸਟ ਸਾਡੀ ਜੋ ਡਿਵਾਈਸ ਹੈ ਉਹ ਹੈ ਸਪੀਕਰ। ਸਪੀਕਰ ਦੀ ਵਰਤੋਂ ਅਸੀਂ ਆਵਾਜ਼ ਸੁਣਨ ਲਈ ਕਰਦੇ ਹਾਂ। ਜੋ ਸਾਡੇ ਸਪੀਕਰ ਹੁੰਦੇ ਨੇ ਕਈ ਵਾਰ ਕੰਪਿਊਟਰ ਦੇ ਵਿੱਚ ਇੰਟਰਨਲੀ ਹੁੰਦੇ ਨੇ ਜਾਂ ਐਕਸਟਰਨਲੀ ਹੁੰਦੇ ਨੇ। ਰਾਜੇ ਇਹ ਤਾਂ ਸਾਡੀ ਸੀ ਡਿਵਾਈਸਿਸ ਜੋ ਅਸੀਂ ਪੜ੍ਹੀਆਂ, ਜੋ ਵੀ ਇਨਪੁੱਟ ਅਤੇ ਆਊਟਪੁੱਟ ਸੀ। ਉਸ ਤੋਂ ਬਾਅਦ ਜੋ ਸਾਡਾ ਦੂਸਰਾ ਹੈ ਪਾਰਟ ਉਹ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ, ਠੀਕ ਹੈ। ਸੈਂਟਰਲ ਪ੍ਰੋਸੈਸਿੰਗ ਯੂਨਿਟ ਨੂੰ ਅਸੀਂ ਕੀ ਕਹਿੰਦੇ ਹਾਂ? CPU, ਸ਼ਾਰਟ ਦੇ ਵਿੱਚ ਅਸੀਂ CPU ਕਹਿੰਦੇ ਹਾਂ। CPU ਦਾ ਦੂਸਰਾ ਨਾਮ ਕੀ ਹੈ? ਕੰਪਿਊਟਰ ਦਾ ਬ੍ਰੇਨ। ਅਸੀਂ ਕੰਪਿਊਟਰ ਦਾ ਬ੍ਰੇਨ CPU ਨੂੰ ਕਹਿੰਦੇ ਹਾਂ ਕਿਉਂਕਿ ਸਾਰੀਆਂ ਇਨਫੋਰਮੇਸ਼ਨਸ ਇਸ ਦੇ ਵਿੱਚ ਸਟੋਰ ਹੁੰਦੀਆਂ ਨੇ। ਉਸ ਤੋਂ ਬਾਅਦ CPU ਦਾ ਹੋਰ ਕੀ ਨਾਮ ਹੈ? ਪ੍ਰੋਸੈਸਰ, ਠੀਕ ਹੈ, ਕਿਉਂਕਿ ਸਾਰੀਆਂ ਇਨਫੋਰਮੇਸ਼ਨਸ ਨੂੰ ਪ੍ਰੋਸੈਸ ਕਰਦਾ ਹੈ ਤਾਂ ਇਸ ਕਰਕੇ ਅਸੀਂ ਇਹਨੂੰ ਪ੍ਰੋਸੈਸਰ ਵੀ ਕਹਿੰਦੇ ਹਾਂ। ਅੱਗੇ CPU ਦੇ ਵਿੱਚ ਹੁੰਦਾ ਕੀ ਹੈ? ਇਸ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ? ਇਸ ਦੇ ਵਿੱਚ ਮੈਮਰੀਜ਼ ਹੁੰਦੀਆਂ ਨੇ ਜੋ ਕਿ ਸੂਚਨਾਵਾਂ ਨੂੰ ਸਟੋਰ ਕਰਕੇ ਰੱਖਦੀਆਂ ਨੇ, ਠੀਕ ਹੈ। ਸਾਡੇ ਕੋਲ ਜੋ ਮੈਮਰੀਜ਼ ਨੇ ਉਹ 3 ਤਰ੍ਹਾਂ ਦੀਆਂ ਹੁੰਦੀਆਂ ਨੇ। ਫਸਟ ਹੁੰਦੀ ਹੈ ਰੈਂਡਮ ਮੈਮਰੀ, ਰੀਡ ਓਨਲੀ ਮੈਮਰੀ ਅਤੇ ਫਲੈਸ਼ ਮੈਮਰੀ।
ओके, जो रैंडम एक्सैस मैमरी है उसनों असी रैम भी कहने आ। ये कंप्यूटर दी जो होंदी है मेन मैमरी होंदी है, जो कि कमांड्स ਅਤੇ डाटे ਨੂੰ आरजी तौर ਤੇ दाखिल करती है। मतलब उसनों पक्का या परमानेंटली नहीं स्टोर करती, सिर्फ कच्चे तौर पे स्टोर करती है। ओके, इसनों असी वोलाटाइल मैमरी भी कहने आ, क्योंकि जब तक साडा कंप्यूटर चलता है उद तक इस दे विच जो भी इनफॉर्मेशन है स्टोर रहती है। जदों ही हर कंप्यूटर बंद हो जाता है या उसकी लाइट ऑफ हो जाती है तो वो मैमरी इरेज हो जाती है। उसी तरह साडे कोल रीड ओनली मैमरी है, जिसनों असी रोम कहने हैं। ये डाटे नूं पक्के तौर पे अपने कंप्यूटर दे विच स्टोर करती है। ठीक है, चाहे लाइट चली भी जाए तो भी डाटा थोड़ा उस दे विच स्टोर रहेगा। अगे साडे कोल हुंदी है फ्लैश मैमरी। इनू भी असी नॉन वोलाटाइल मैमरी कहने हैं, जो कि कंप्यूटर नूं बंद होने तो बाद भी डाटे नूं रखती है। इस सैकेंड ये की करती है, जो भी साडे कोल सूचना होंदी है उसनूं बदल जा डिलीट भी कर सकती है। तो इस करके जो मेन डिफरेंस है रोम ते फ्लैश मैमरी दे विच की है, ये वाला मेन डिफरेंस है कि ये सूचना नूं बदल भी सकती है तो डिलीट भी कर सकती है, बट रोम यही काम नहीं कर सकता। नैक्सट साडे कोल पार्ट आ जाता है मदरबोर्ड। राजे देखो, ये सारे चीज़ां अपनी CPU के अंदर होंदियां ने, जिवें रैम होगी, रोम होगी, तो अगला हैगा मदरबोर्ड। मदरबोर्ड के उत्ते ही सारी ये डिवाइसिस अटैच होंदियां ने। तो मदरबोर्ड नूं असी सर्किट बोर्ड भी कहने हाँ, क्योंकि ये मेन पार्ट है साडे कंप्यूटर का। अगर मदरबोर्ड खराब हो जाए तो कंप्यूटर नहीं चलेगा। मदरबोर्ड नूं असी मेन बोर्ड क्यों कहने हाँ, क्योंकि इस दे विच सर्किट लगे होंदे ने जो कि बहुत छोटे छोटे होंदे ने ते कुछ कंपोनेंट लगे होंदे ने। इन्हां दा जो हुंदा है मदरबोर्ड, ये इनपुट ते आउटपुट अते प्रोसैसिंग यंत्रां नूं आपस दे विच जोड़ के रखता है। ठीक है, ये सारिਆਂ नूं आपस दे विच अटैच करके रखता है ते ये CPU नूं ये भी दसदा है कि ये किवें चलेगा। मदरबोर्ड के जिहड़े दूजे कंपोनेंट होंदे ने, जिवें कि वीडियो कार्ड, साउंड कार्ड, ठीक है, या सर्किट, ये सारे कंप्यूटर यंत्रां नूं प्रिंटर नाल जोड़ते हैं। इस करके असी मदरबोर्ड नूं असी होर की कहने आ, सिस्टम बोर्ड भी कहने आ ते सर्किट बोर्ड भी कहा जाता है। नैक्सट साडे कोल आ जांदे ने एक्सपेंशन कार्ड्स। ठीक है, जो राजी एक्सपेंशन कार्ड होंदे ने, ये भी सर्किट बोर्ड के उत्ते ही होंदे ने, जो कि मदरबोर्ड के नाल जुड़े होंदे ने। ये की करते हैं, जो भी साडे कोल नवे फीचर्स होंदे ने, जिवें वीडियो डिस्पले या ऑडियो, उन्हां दी योग्यता नूं वधाउण दे विच काम आते हैं। उस तो इलावा जो साडे कोल एक्सपेंशन कार्ड के उत्ते जो भी कार्ड्स लगे होंदे ने, वो किहड़े होंदे ने, वीडियो कार्ड, नैटवर्क इंटरफेस कार्ड, जिन्होंने असीं NIC भी कहने आ, ते साउंड कार्ड। वीडियो कार्ड जो होंदे ने वो मोनीटर के नाल जुड़े होंदे ने, क्योंकि असीं जो भी कुछ देखते हैं मोनीटर के उत्ते ही देखते हैं। इंटरफेस कार्ड जिहड़े होंदे ने वो नैटवर्किंग के लिए होंदे ने। जदों असीं एक कंप्यूटर नूं दूजे कंप्यूटर के नाल जोड़ना है, सूचना का आदान प्रदान करना है, उस टाइम असीं NIC कार्ड यूज़ करते हैं। ते जो साउंड कार्ड होंदे ने वो माइक्रोफोन हो गए या ऑडियो टेप या कुछ होर चीज़ां हो गई, उन्हां दे ऑडियो सिग्नल नूं डिजिटल सिग्नल दे विच जदों असीं कन्वर्ट करना है, उदों असीं साउंड कार्ड की वरतों करते हैं। नैक्सट साडे कोल आ जांदे ने स्टोरेज यंत्र। ठीक है, हुण स्टोरेज यंत्र किहड़े हुंदे जिहदे विच असीं डाटे नूं स्टोर करके रखते हैं। ये काफ़ी सारे हो सकते हैं, जिवें कि तुसीं उरे देख रहे हो, हार्ड डिस्क होगी, फ्लॉपी डिस्क, CD रोम, ठीक है, DVD रोम। तो जो हार्ड डिस्क है वो सब तो मेन है इस दे विच, क्योंकि यह एक मैगनेटिक डिवाइस है जो कि आम तौर पर असीं कंप्यूटर के विच वरतदे आ। यह जो साडे कोल हार्ड डिस्क होंदी है, ये एक्सटर्नली भी हो सकती है तो इंटरनली भी हो सकती है। उस तो बाद फ्लॉपी डिस्क आ जाती है। जो साडे कोल CD रोम या DVD रोम नहीं हुंदा सी, उदों असीं फ्लॉपी डिस्क नूं यूज़ करते सी। ये छोटे आकार की हुंदी सी ते पोर्टेबल हुंदी सी। पोर्टेबल का मतलब की हुंदी है जिहड़ी चीज़ नूं असीं एक जगह तो दूजी जगह लेके जा सकते हैं। ਇਹਦੀ कहानी यह सी कि यह तापमान, धूड़ ਅਤੇ मैगनेटिक फील्ड नाल खराब हो सकती सी, इस करके इसकी वरतों ज़्यादा टाइम तक नहीं हुई। उस तो बाद CD रोम्स आ जाते हैं। CD रोम होंगे कंपैक्ट डिस्क, रीड ओनली मैमरी। ठीक है, तो इस दे विच
ਫਲੋਪੀ ਦੀ ਜਗ੍ਹਾ ਅਸੀਂ ਸੀਡੀਜ਼ ਨੂੰ ਯੂਜ਼ ਕਰਨ ਲੱਗ ਗਏ ਸੀ, ਜਿਸ ਦੇ ਵਿੱਚ ਅਸੀਂ 400 ਗੁਣਾ ਜ਼ਿਆਦਾ ਡਾਟਾ ਸਟੋਰ ਕਰ ਸਕਦੇ ਸੀ। ਜੇ ਸਾਡੇ ਕੋਲ ਹੁਣ ਇੱਕ ਇਹੋ ਜਿਹੀ ਡਿਵਾਈਸ ਹੈ ਜਿਸ ਦੇ ਵਿੱਚ ਅਸੀਂ ਵੱਧ ਡਾਟਾ ਸਟੋਰ ਕਰ ਸਕਦੇ ਹਾਂ, ਤਾਂ ਅਸੀਂ ਪੁਰਾਣੀ ਡਿਵਾਈਸ ਨੂੰ ਯੂਜ਼ ਨਹੀਂ ਕਰਾਂਗੇ। ਉਸੇ ਤਰ੍ਹਾਂ DVD ROM ਆ ਗਏ, ਇਹ ਵੀ ਇੱਕ ਪੋਰਟੇਬਲ ਸਟੋਰੇਜ ਮੀਡੀਅਮ ਹੈ ਜੋ ਕਿ CD ROM ਦੀ ਤਰ੍ਹਾਂ ਹੀ ਹੁੰਦਾ ਸੀ। ਇਸ ਦੇ ਵਿੱਚ ਕੀ ਹੁੰਦਾ ਸੀ, ਫਲੋਪੀ ਡਿਸਕ ਹੋ ਗਈ ਜਾਂ CD ROM ਹੋ ਗਈ, ਇਹ ਉਹਨਾਂ ਤੋਂ ਵੀ ਜ਼ਿਆਦਾ ਡਾਟਾ ਸਟੋਰ ਕਰ ਸਕਦਾ ਸੀ। ਇਸ ਦੇ ਵਿੱਚ ਅਸੀਂ ਆਮ ਤੌਰ 'ਤੇ ਮੂਵੀਜ਼ ਜਾਂ ਵੀਡੀਓ ਨੂੰ ਸਟੋਰ ਕਰਨ ਦੇ ਲਈ ਵਰਤਦੇ ਸੀ। ਅਸੀਂ ਅੱਜ ਕੱਲ੍ਹ ਇੱਕ ਹੋਰ ਡਿਵਾਈਸ ਯੂਜ਼ ਕਰ ਰਹੇ ਹਾਂ ਜਿਹੜੀ ਕੀ ਹੈ ਪੈਨ ਡਰਾਈਵ। ਤਾਂ ਪੈਨ ਡਰਾਈਵ ਵੀ ਸਾਡੀ ਪੋਰਟੇਬਲ ਡਿਵਾਈਸ ਆ, ਉਹ ਵੀ ਅਸੀਂ ਜੋ ਹੈਗੀ ਐਕਸਟਰਨਲੀ ਹੁੰਦੀ ਆ, ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾ ਸਕਦੇ। ਨੈਕਸਟ ਆ ਗਿਆ ਸਾਡੇ ਕੋਲ ਪੋਰਟਸ ਤੇ ਕਨੈਕਸ਼ਨ। ਠੀਕ ਹੈ, ਸਾਡੇ ਕੋਲ ਕੀ ਕਨੈਕਸ਼ਨ ਹੁੰਦੇ ਨੇ ਜਦੋਂ ਅਸੀਂ ਡਾਟਾ ਇਨਪੁਟ ਕਰਨਾ ਹੋਵੇ ਜਾਂ ਆਊਟਪੁੱਟ ਕਰਨਾ ਹੋਵੇ ਜਾਂ ਪ੍ਰੋਸੈਸ ਕਰਨਾ ਹੋਵੇ। ਤਾਂ ਇਹਨਾਂ ਨੂੰ ਜੋ ਸਾਡੇ ਬਾਹਰਲੇ ਯੰਤਰ ਹੁੰਦੇ ਨੇ ਜਾਂ ਕੋਈ ਨੈਟਵਰਕ ਹੁੰਦੇ ਨੇ, ਉਹਨਾਂ ਨੂੰ ਜੋੜਨ ਲਈ ਸਾਡੇ ਕੋਲ ਪੋਰਟਸ ਹੁੰਦੇ ਨੇ। ਠੀਕ ਹੈ, ਜਿਵੇਂ ਤੁਹਾਡੇ ਘਰੇ ਪਲੱਗ ਲੱਗੇ ਹੁੰਦੇ, ਤੁਸੀਂ ਉਹਦੇ ਵਿੱਚ ਪਲੱਗ ਇਨ ਕਰਦੇ ਹੋ, ਉਸ ਤਰ੍ਹਾਂ ਸਾਡਾ ਜੋ ਇੰਟਰਨਲੀ CPU ਉਸ ਦੇ ਵਿੱਚ ਵੀ ਪੋਰਟਸ ਹੁੰਦੇ ਨੇ। ਤਾਂ ਜੋ ਪਹਿਲੀ ਪੋਰਟ ਹੁੰਦੀ ਆ ਉਹ USB ਹੁੰਦੀ ਹੈ, ਜਿਹਨੂੰ ਅਸੀਂ ਯੂਨੀਵਰਸਲ ਸੀਰੀਅਲ ਬੱਸ ਵੀ ਕਹਿੰਦੇ ਹਾਂ। ਇਸ ਦੀ ਵਰਤੋਂ ਨਾਲ ਅਸੀਂ ਮਾਊਸ, ਕੀਬੋਰਡ ਜਾਂ ਪ੍ਰਿੰਟਰ ਆਦਿ ਨੂੰ ਕੰਪਿਊਟਰ ਦੇ ਨਾਲ ਜੋੜਦੇ ਹਾਂ। ਸੈਕਿੰਡ ਕਿਉਂ ਹੁੰਦੀ ਹੈ, ਫਾਇਰ ਵਾਇਰ ਹੁੰਦੀ ਹੈ। ਇਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜੋ ਸਾਡਾ ਡਿਜੀਟਲ ਕੈਮਰਾ ਹੁੰਦਾ ਹੈ ਉਸ ਨੂੰ ਅਸੀਂ ਜੋੜਦੇ ਹਾਂ। ਇਹ USB ਤੋਂ ਵੀ ਜ਼ਿਆਦਾ ਫਾਸਟ ਹੁੰਦਾ ਹੈ। ਅੱਗੇ ਨੈਕਸਟ ਹੈਗੀ ਹੈ ਨੈਟਵਰਕ ਪੋਰਟ। ਨੈਟਵਰਕ ਪੋਰਟ ਕੀ ਹੁੰਦੇ, ਜਦੋਂ ਅਸੀਂ ਇੱਕ ਕੰਪਿਊਟਰ ਨੂੰ ਦੂਜੇ ਕੰਪਿਊਟਰ ਦੇ ਨਾਲ ਜੋੜਨਾ ਹੈ ਉਸ ਟਾਈਮ ਅਸੀਂ ਨੈਟਵਰਕ ਪੋਰਟ ਦੀ ਵਰਤੋਂ ਕਰਦੇ ਹਾਂ। ਇਸ ਦਾ ਮੇਨ ਮਕਸਦ ਕੀ ਹੁੰਦਾ, ਸੂਚਨਾ ਨੂੰ ਆਦਾਨ ਜਾਂ ਪ੍ਰਦਾਨ ਕਰਨਾ। ਉਸ ਤੋਂ ਬਾਅਦ ਪੈਰਲਲ ਪੋਰਟ ਹੁੰਦੀ ਹੈ ਤੇ ਇੱਕ ਸੀਰੀਅਲ ਪੋਰਟ ਹੁੰਦੀ ਹੈ। ਜੋ ਇਹ ਪੋਰਟਸ ਹੁੰਦੀਆਂ ਨੇ ਇਹ ਪ੍ਰਿੰਟਰ ਅਤੇ ਦੂਜੇ ਯੰਤਰਾਂ ਨੂੰ ਕੰਪਿਊਟਰ ਨਾਲ ਜੋੜਨ ਲਈ ਵਰਤੀ ਜਾਂਦੀ ਹੈ। ਬਟ ਹੁਣ ਸਾਡੇ ਕੋਲ ਕੀ ਹੈ, ਲੇਟੈਸਟ ਟੈਕਨੋਲੋਜੀ ਹੋ ਗਈ, ਤਾਂ ਅਸੀਂ ਮੋਸਟਲੀ USB ਪੋਰਟ ਹੀ ਯੂਜ਼ ਕਰਦੇ ਹਾਂ। ਅੱਗੇ ਨੈਕਸਟ ਹੈ ਡਿਸਪਲੇ ਅਡਾਪਟਰ। ਜਦੋਂ ਅਸੀਂ ਮੋਨੀਟਰ ਦਾ ਡਿਸਪਲੇ ਦੇਖਣਾ ਹੁੰਦਾ ਹੈ ਉਸ ਟਾਈਮ ਅਸੀਂ ਡਿਸਪਲੇ ਅਡਾਪਟਰ ਨਾਲ ਕੰਪਿਊਟਰ ਨੂੰ ਜੋੜਦੇ ਹਾਂ। ਜੋ ਸਾਡਾ ਡਿਸਪਲੇ ਅਡਾਪਟਰ ਹੁੰਦਾ ਹੈ ਉਹ ਕੰਪਿਊਟਰ ਤੋਂ ਸਾਡੇ ਵੀਡੀਓ ਸਿਗਨਲ ਪ੍ਰਾਪਤ ਕਰਕੇ ਉਸਨੂੰ ਕੇਬਲ ਰਾਹੀਂ ਮੋਨੀਟਰ ਨੂੰ ਭੇਜਦਾ ਹੈ, ਜਿਸ ਦੇ ਨਾਲ ਅਸੀਂ ਕੀ ਆ ਮੋਨੀਟਰ ਨੂੰ ਦੇਖ ਸਕਦੇ ਹਾਂ, ਜੋ ਵੀ ਉਸ ਦੇ ਵਿੱਚ ਇਨਫੋਰਮੇਸ਼ਨ ਹੈ। ਜੋ ਸਾਡਾ ਡਿਸਪਲੇ ਅਡਾਪਟਰ ਹੁੰਦਾ ਹੈ ਉਹ ਮਦਰਬੋਰਡ ਜਾਂ ਐਕਸਪੈਂਸ਼ਨ ਕਾਰਡ 'ਤੇ ਹੋ ਸਕਦਾ ਹੈ। ਨੈਕਸਟ ਵਾਲੀ ਹੈਗੀ ਆ ਪਾਵਰ। ਠੀਕ ਹੈ, ਪਾਵਰ ਕੀ ਹੁੰਦੀ ਹੈ, ਜੋ ਕਿ DC ਦੇ ਵਿੱਚ ਹੁੰਦੀ ਹੈ ਜਾਂ AC ਦੇ ਵਿੱਚ ਹੁੰਦੀ ਹੈ। ਕਰੰਟ, ਜਿਹਨੂੰ ਅਸੀਂ ਕਰੰਟ ਕਹਿੰਦੇ ਹਾਂ। ਜੋ ਸਾਡੀ ਪਾਵਰ ਸਪਲਾਈ ਹੁੰਦੀ ਹੈ ਜਿਹਨੂੰ ਅਸੀਂ AC ਕਹਿੰਦੇ ਹਾਂ ਜਾਂ ਆਲਟਰਨੇਟਿੰਗ ਕਰੰਟ ਕਹਿੰਦੇ ਹਾਂ, ਉਹ DC ਦੇ ਵਿੱਚ ਕਨਵਰਟ ਕਰ ਦਿੰਦੀ ਹੈ। ਤਾਂ ਰਾਜੇ ਅੱਜ ਦਾ ਸਾਡਾ ਜੋ ਚੈਪਟਰ ਸੀ ਉਹ ਇੰਨਾ ਕੀ ਸੀ। ਆਈ ਹੋਪ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ, ਕਿਉਂਕਿ ਮੈंने ਤੁਹਾਨੂੰ ਸਾਰੇ ਜੋ ਇਨਪੁਟ ਡਿਵਾਈਸ ਸੀ, ਆਊਟਪੁੱਟ ਡਿਵਾਈਸ ਸੀ, ਜਾਂ ਸਟੋਰੇਜ ਯੰਤਰ ਦੀ ਗੱਲ ਕਰੀਏ ਜਾਂ ਆਪਾਂ ਐਕਸਪੈਂਸ਼ਨ ਕਾਰਡਸ ਦੀ ਗੱਲ ਕਰੀਏ, ਉਹ ਸਾਰੇ ਮੈਂ ਤੁਹਾਨੂੰ ਡਿਟੇਲਸ ਦੇ ਵਿੱਚ ਦੱਸੇ ਨੇ। ਆਈ ਹੋਪ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਚੈਪਟਰ, ਕਿਉਂਕਿ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਵਾਈਡ ਨੌਲੇਜ ਸੀ। ਐਜ਼ ਅ ਬਿਗਨਰ ਤੁਸੀਂ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹੋ। तो स्टूडेंट्स आप फिर मिलेंगे नैक्सट चैप्टर के। बाय, टेक केयर।